ਗੁਰੂ ਸਾਹਿਬ ਜੀਓ। ਕੋਟ ਦਾਨ ਇਸ਼ਨਾਨੰ ਅਨਿਕ ਸੋਧਨ ਪਵਿੱਤਰਤੈ। ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਤੇ। ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਤੇ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਬਾਣੀ ਅੰਦਰੋਂ ਅੰਮ੍ਰਿਤਮਈ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਪਾਵਨ ਬਚਨ ਜੈਤ ਸ਼ਰੀ ਕੀ ਵਾਰ ਅੰਦਰੋਂ ਜੋ ਪਿਛਲੇ ਦਿਨਾਂ ਤੋਂ ਸਾਧ ਸੰਗਤ ਆਪ ਲੜੀਵਾਰ ਵਿਚਾਰ ਸਰਵਨ ਕਰ ਰਹੇ ਹੋ। ਵਿਚਾਰ ਅਧੀਨ ਇਹ 5 ਨੰਬਰ ਸ਼ਲੋਕ ਤੇ ਪੌੜੀ ਜਿੰਦੀ ਅੱਜ ਆਪਾਂ ਰਲ ਮਿਲ ਕੇ ਵਿਚਾਰ ਕਰਨੀ ਹੈ। ਇਹਦੇ ਵਿੱਚੋਂ ਪਾਵਨ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਆਓ ਆਪ ਜਿਤਨੇ ਤਨ ਸਤਿਗੁਰ ਕੀ ਗੋਦ ਵਿੱਚ ਜੁੜ ਬੈਠੇ ਹੋ, ਸਤਿਗੁਰਾਂ ਦੇ ਨਾ ਪਾਵਨ ਬਚਨਾਂ ਨੂੰ ਰਲ ਮਿਲ ਕੇ ਸਮਝਣ ਦਾ ਯਤਨ ਕਰੀਏ। ਆਓ ਬੜੇ ਪਿਆਰ ਨਾਲ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਇਸ ਪਾਵਨ ਸ਼ਲੋਕ ਤੇ ਪੌੜੀ ਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਦੀ ਵਡਿਆਈ ਨੂੰ ਬਿਆਨ ਕਰਦੇ ਨੇ। ਵੈਸੇ ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਜਿੱਥੇ ਪਰਮਾਤਮਾ ਦੇ ਗੁਣਾਂ ਦਾ ਵਿਸਤਾਰ ਹੈ, ਪਰਮਾਤਮਾ ਦੇ ਗੁਣਾਂ ਦੇ ਬਾਬਤ ਰੋਸ਼ਨੀ ਪਾਉਂਦੀ ਹੈ, ਉੱਥੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਾਨੂੰ ਸੰਸਾਰ ਵਿੱਚ ਜੀਵਨ ਕਿਵੇਂ ਜਿਉਣਾ ਹੈ ਇਸ ਗੱਲ ਦੀ ਪ੍ਰੇਰਨਾ ਵੀ ਦਿੰਦੀ ਹੈ। ਕਿਉਂਕਿ ਮਨੁੱਖ ਨੂੰ ਸਮਾਜ ਵਿੱਚ ਵਿਚਰਦਿਆਂ ਇਸ ਜੀਵਨ ਨੂੰ ਜਿਉਣ ਦੀ ਲਿਆਕਤ, ਸੱਚ ਨਾਲ ਰੂਬਰੂ ਹੋਣ ਦੀ ਸਮਰੱਥਾ ਇਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਤੋਂ ਸਾਨੂੰ ਪ੍ਰੇਰਨਾ ਵਿੱਚੋਂ ਮਿਲਦੀ ਹੈ। ਇਸੇ ਕਰਕੇ ਜਿਹੜੇ ਗੁਰਸਿੱਖ ਅੰਮ੍ਰਿਤ ਬਾਣੀ ਨਾਲ ਜੁੜ ਜਾਣ, ਉਹਨਾਂ ਦੇ ਜੀਵਨ ਦੇ ਵਿੱਚ ਸਭ ਤੋਂ ਉੱਪਰ ਜੇ ਕੁਝ ਹੁੰਦਾ ਹੈ ਤੇ ਉਹ ਸਤਿਗੁਰ ਕੇ ਅੰਮ੍ਰਿਤ ਬਚਨ ਹੁੰਦੇ ਨੇ। ਇਹ ਬਚਨ ਆਪ ਬਾਣੀ ਵਿੱਚੋਂ ਪੜ੍ਹਦੇ ਵੀ ਹੋ, ਜਿਸ ਅੰਦਰ ਦਾਤਾਰ ਪਿਤਾ ਜੀ ਬਖਸ਼ਿਸ਼ ਕਰਦੇ ਨੇ ਕਿ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਜੇਕਰ ਕੋਈ ਗੁਰੂ ਦੀ ਸਿੱਖਿਆ ਲੈ ਲਏ ਤੇ ਉਹ ਗੁਰੂ ਦੀ ਸਿੱਖਿਆ ਵਿੱਚ ਜੀਣ ਵਾਲਾ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਿਚਾਰਦਾ ਹੈ। ਕਿਉਂਕਿ ਬਾਣੀ ਨੂੰ ਸਮਝਣ ਵਾਲਾ ਹੀ ਅਸਲ ਵਿੱਚ ਗੁਰਮੁਖ ਹੈ। ਆਓ ਸਾਹਿਬਾਂ ਦੇ ਇਹ ਪਾਵਨ ਬਚਨ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ। ਕੋਟ ਦਾਨ ਇਸ਼ਨਾਨੰ ਅਨਿਕ ਸੋਧਨ ਪਵਿੱਤਰਤੈ। ਪਾਤਸ਼ਾਹ ਕਹਿੰਦੇ ਨੇ ਕਰੋੜਾਂ ਦਾਨ ਕਰ, ਕਰੋੜਾਂ ਵਾਰ ਇਸ਼ਨਾਨ ਕਰਨਾ, ਅਨਿਕ ਸੋਧਨ ਪਵਿੱਤਰਤੈ। ਸੋਧਨ ਦੇ ਆਖਰੀ ਅਰਥ ਨੇ ਸਾਧ ਸੰਗਤ ਸੁੱਚ ਰੱਖਣ ਵਾਲੇ ਸਾਧਨ, ਜਿਨ੍ਹਾਂ ਰਾਹੀਂ ਸੁਚਮਤਾ ਰੱਖੀ ਜਾ ਸਕੇ। ਪਵਿੱਤਰਤਾ ਦਾ ਮਤਲਬ ਪਵਿੱਤਰ ਹੋਣਾ, ਸਾਫ਼ ਹੋਣਾ। ਬਾਹਰਮੁਖੀ ਸਾਧਨਾ ਦੇ ਨਾਲ ਸਰੀਰ ਦੀ ਪਵਿੱਤਰਤਾ ਹੁੰਦੀ ਹੈ ਤੇ ਸੱਚ ਨਾਲ ਜੁੜਿਆ ਮਨ ਦੀ ਪਵਿੱਤਰਤਾ ਹੁੰਦੀ ਹੈ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ, ਹੇ ਨਾਨਕ ਜੀ, ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੀ ਰਸਨਾ ਤੋਂ ਉਚਾਰਦਾ ਹੈ,
ਜਿਹੜਾ ਮਨੁੱਖ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਆਪਣੀ ਰਸਨਾ ਤੋਂ ਚੇਤੇ ਕਰਦਾ ਹੈ, ਪਰਮਾਤਮਾ ਦੇ ਨਾਮ ਨੂੰ ਇਸ ਰਸਨਾ ਤੋਂ ਚੇਤੇ ਕਰਨਾ ਗੁਰਮੁਖ ਦੇ ਲਈ ਇਹੀ ਕਰੋੜਾਂ ਦਾਨ ਤੇ ਕਰੋੜਾਂ ਤਰ੍ਹਾਂ ਦਾ ਇਸ਼ਨਾਨ ਹੈ। ਮਨੁੱਖ ਬਾਹਰਮੁਖੀ ਤੀਰਥਾਂ ਤੇ ਭਟਕਦਾ ਹੈ, ਜਿਨ੍ਹਾਂ ਤੇ ਜਾ ਕੇ ਇਹ ਇਸ਼ਨਾਨ ਕਰਦਾ ਹੈ, ਔਰ ਉਹਦੇ ਪਿੱਛੇ ਇੱਕ ਮਨੋਤ ਬਣ ਗਈ ਵੀ ਇਹਨਾਂ ਤੀਰਥਾਂ ਤੇ ਇਸ਼ਨਾਨ ਕੀਤਿਆਂ ਬੰਦੇ ਦੀ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਲਹਿ ਜਾਂਦੀ ਹੈ। ਪਰ ਸਤਿਗੁਰ ਕਹਿੰਦੇ ਨੇ ਪਾਣੀ ਦੇ ਨਾਲ ਸਰੀਰ ਦੀ ਮੈਲ ਤੇ ਲੈ ਜਾਏਗੀ, ਪਰ ਮਨ ਦੀ ਮੈਲ ਨਹੀਂ ਲੈ ਸਕਦੀ। ਪਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਤੂੰ ਮਾਲਕ ਦੇ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਤੋਂ ਚੇਤੇ ਕਰੇਂਗਾ, ਨਾਮ ਨਾਲ ਜੁੜਿਆ ਤੈਨੂੰ ਸਮਝ ਆਏਗੀ ਵੀ ਤੂੰ ਦਾਨ ਕਿਹੜਾ ਕਰਨਾ ਤੇ ਤੂੰ ਇਸ਼ਨਾਨ ਕਿਹੜਾ ਕਰਨਾ। ਖਿਆਲ ਕਰਿਓ, ਇੱਕ ਦਾਨ ਦੀ ਇਸ਼ਨਾਨ ਦੀ ਪਰਿਭਾਸ਼ਾ ਸੰਸਾਰ ਦੀ ਹੈ, ਜੋ ਮਨੁੱਖ ਸੰਸਾਰ ਦੇ ਅੰਦਰ ਕਰਦਾ ਹੈ। ਇੱਕ ਦਾਨ ਦੀ ਤੇ ਇਸ਼ਨਾਨ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਹੈ। ਦੁਨਿਆਵੀ ਦਾਨ ਦੀ ਪਰਿਭਾਸ਼ਾ ਇਹ ਕਹਿੰਦੀ ਹੈ ਕਿ ਬੰਦਾ ਜੋ ਕੁਝ ਕਮਾਏ, ਉਹ ਕਮਾਈ ਉਹਦੀ ਕਿਸੇ ਵੀ ਤਰ੍ਹਾਂ ਆਈ ਹੋਵੇ, ਉਹ ਭਾਵੇਂ ਲੀਗਲ ਹੋਵੇ, ਭਾਵੇਂ ਇਨਲੀਗਲ ਹੋਵੇ, ਭਾਵੇਂ ਉਚਿਤ ਹੋਵੇ, ਭਾਵੇਂ ਅਨੁਚਿਤ ਹੋਵੇ, ਉਹ ਜਿਵੇਂ ਵੀ ਮਾਇਆ ਸੰਸਾਰ ਦੀ ਇਕੱਠੀ ਕਰਦਾ ਹੈ, ਉਹ ਆਪਣੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਧਾਰਮਿਕ ਅਸਥਾਨਾਂ ਤੇ ਦੇਵੇ ਤੇ ਉਹਨਾਂ ਧਾਰਮਿਕ ਅਸਥਾਨਾਂ ਤੇ ਦਿੱਤਾ ਹੋਇਆ ਉਹਦਾ ਦਾਨ ਉਹਦੇ ਉਹਨਾਂ ਪਾਪ ਕਰਮਾਂ ਨੂੰ ਨਾਸ਼ ਕਰ ਦਿੰਦਾ ਹੈ। ਇਹ ਸੰਸਾਰ ਦੀ ਮਨੋਤ ਹੈ। ਦੂਜੇ ਪਾਸੇ ਸੰਸਾਰ ਦੇ ਅੰਦਰ ਇਸ਼ਨਾਨ ਦਾ ਭਾਵ ਕੀ ਹੈ ਵੀ ਬੰਦਾ ਲੱਖਾਂ ਤਰ੍ਹਾਂ ਦੇ ਪਾਪ ਕਰ ਲਵੇ, ਕਰੋੜਾਂ ਤਰ੍ਹਾਂ ਦੇ ਮਾੜੇ ਕਰਮ ਕਰੇ, ਪਰ ਜੇ ਉਹ ਕਰ ਮੰਨੇ ਹੋਏ ਧਾਰਮਿਕ ਅਸਥਾਨਾਂ ਤੇ ਇਹਨਾਂ ਤੀਰਥਾਂ ਤੇ ਇਸ਼ਨਾਨ ਕਰੇ ਤੇ ਇਹਨਾਂ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਇਹਦੇ ਮਨ ਦੀ ਪਾਪਾਂ ਦੀ ਮੈਲ ਵੀ ਲੈ ਜਾਏਗੀ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਸ ਗੱਲ ਨੂੰ ਕਿਤੇ ਵੀ ਸਵੀਕਾਰ ਨਹੀਂ ਕਰਦੇ। ਪਾਤਸ਼ਾਹ ਕਹਿੰਦੇ ਨੇ ਪਾਣੀ ਦੇ ਨਾਲ ਤਨ ਦੀ ਮੈਲ ਦੂਰ ਹੋ ਸਕਦੀ ਹੈ, ਪਰ ਮਨ ਦੀ ਵਿਚਾਰ ਨਹੀਂ ਬਦਲ ਸਕਦੀ, ਕਿਉਂਕਿ ਵਿਚਾਰ ਬਦਲੇਗੀ ਵਿਚਾਰ ਦੇ ਨਾਲ। ਵਿਚਾਰ ਤਾਂ ਬਦਲੇਗੀ ਜੇ ਇਸ ਭਾਂਡੇ ਅੰਦਰ ਸੋਹਣੀ ਵਿਚਾਰ ਪਾਵਾਂਗੇ, ਭਾਂਡੇ ਦੇ ਅੰਦਰ ਸੋਹਣੀ ਵਿਚਾਰ ਟਿਕਾਵਾਂਗੇ। ਇੱਕ ਗੱਲ ਚੇਤੇ ਰੱਖੋ ਸਾਧ ਸੰਗਤ, ਕੋਈ ਵੀ ਵਸਤੂ ਤੁਸੀਂ ਕਿਸੇ ਭਾਂਡੇ ਦੇ ਅੰਦਰ ਪਾਣੀ ਹੈ, ਉਹ ਵਸਤੂ ਭਾਂਡੇ ਦੇ ਅੰਦਰ ਤਾਂ ਸਮਾਏਗੀ ਜੇ ਪਹਿਲੀ ਵਸਤੂ ਨੂੰ ਤੁਸੀਂ ਬਾਹਰ ਕੱਢੋਗੇ। ਬਾਬਾ ਨਾਨਕ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਸਾਹਿਬ ਕਹਿੰਦੇ ਨੇ ਵਸਤੂ ਅੰਦਰ ਵਸਤ ਸਮਾਵੇ ਜਾਂ ਦੂਜੀ ਹੋਵੇ ਪਾਸ। ਭਾਂਡੇ ਦੇ ਅੰਦਰ ਵਸਤੂ ਤਾਂ ਸਮਾਂਦੀ ਜੇ ਪਹਿਲੀ ਵਸਤੂ ਬਾਹਰ ਕੱਢ ਲਈ ਜਾਏ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਤੇਰੇ ਅੰਦਰ ਚੰਗਿਆਈਆਂ ਤਾਂ ਟਿਕਣਗੀਆਂ ਜੇ ਤੂੰ ਬੁਰਾਈਆਂ ਦੀ ਵਿਚਾਰ ਨੂੰ ਬਾਹਰ ਕੱਢ ਲੇਗਾ। ਜੇ ਤੇਰੇ ਅੰਦਰ ਬੁਰਾਈਆਂ ਨੇ, ਤੇਰੇ ਅੰਦਰ ਮਾੜਾ ਕਰਮ ਹੈ, ਤੇ ਸਤਿਗੁਰ ਕਹਿੰਦੇ ਨੇ ਬਾਹਰੋਂ ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ। ਤੂੰ ਕਰੋੜਾਂ ਤਰ੍ਹਾਂ ਦਾ ਇਸ਼ਨਾਨ ਕਰ ਲੈ, ਕਰੋੜਾਂ ਤਰ੍ਹਾਂ ਦੇ ਦਾਨ ਕਰ ਲੈ, ਪਰ ਤੇਰੇ ਉਹ ਦਾਨ ਕੀਤੇ ਤਾਂ ਸਫਲੇ ਨੇ ਜੇ ਤੇਰੇ ਉਸ ਦਾਨ ਤੇ ਇਸ਼ਨਾਨ ਦੇ ਅੰਦਰ ਗੁਰੂ ਦਾ ਉਪਦੇਸ਼ ਆ ਗਿਆ, ਭਾਵ ਤੈਨੂੰ ਸਮਝ ਆ ਗਈ ਵੀ ਤੂੰ ਦਾਨ ਕਿਹੜਾ ਕਰਨਾ ਹੈ। ਦਾਨ ਇਨਸਾਨ ਪਦਾਰਥਾਂ ਦਾ ਕਰਦਾ ਹੈ, ਵਸਤੂਆਂ ਦਾ ਕਰਦਾ ਹੈ, ਪਰ ਉਸ ਦਾਨ ਦੇਣ ਦੇ ਪਿੱਛੇ ਇੱਕ ਮਨਸਾ ਵੀ ਕੰਮ ਕਰਦੀ ਹੈ ਵੀ ਮੈਂ ਸੰਸਾਰ ਦੇ ਅੰਦਰ ਇਹ ਦਾਨ ਕੀਤਾ, ਇਹਦੇ ਬਦਲੇ ਵਿੱਚ ਇਹ ਦਾਨ ਮੈਨੂੰ ਫਲੀਭੂਤ ਹੋ ਕੇ ਹੋਰ ਜ਼ਿਆਦਾ ਰੂਪ ਵਿੱਚ ਮਿਲੇਗਾ। ਚੇਤੇ ਰੱਖਿਓ ਸਾਧ ਸੰਗਤ, ਜੇ ਦਾਨ ਫਲੀਭੂਤ ਹੁੰਦਾ ਹੈ ਤੇ ਫਿਰ ਮਾੜੇ ਕਰਮ ਵੀ ਤੇ ਫਲੀਭੂਤ ਹੁੰਦੇ ਨੇ। ਫਿਰ ਬੰਦਿਆ ਜਿਨ੍ਹਾਂ ਤਰੀਕਿਆਂ ਦੇ ਨਾਲ ਤੂੰ ਕਮਾਈ ਕਰਕੇ ਲਿਆਏ, ਤੇਰੇ ਉਹ ਕਰਮ ਵੀ ਫਲੀਭੂਤ ਹੋ ਰਹੇ ਨੇ ਨਾਲ ਨਾਲ। ਇਸ ਕਰਕੇ ਪਹਿਲਾਂ ਆਪਣੇ ਕਰਮਾਂ ਨੂੰ ਬਦਲ, ਆਪਣੀ ਕਰਨੀ ਨੂੰ ਚੇਂਜ ਕਰ, ਆਪਣੀ ਕਰਨੀ ਦੇ ਅੰਦਰ ਬਦਲਾਵ ਲੈ ਕੇ ਆ। ਜੇ ਤੇਰੇ ਕਰਮਾਂ ਦੇ ਅੰਦਰ ਬਦਲਾਵ ਆ ਗਿਆ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਫਿਰ ਤੇਰੀ ਬਿਰਤੀ ਦੇ ਅੰਦਰ, ਤੇਰੇ ਸੁਭਾਅ ਦੇ ਅੰਦਰ ਵੀ ਬਦਲਾਵ ਆ ਜਾਏਗਾ। ਜਦੋਂ ਤੇਰੇ ਸੁਭਾਅ ਦੇ ਅੰਦਰ ਬਦਲਾਵ ਆ ਗਿਆ, ਫਿਰ ਤੈਨੂੰ ਸਮਝ ਆ ਜਾਏਗੀ ਵੀ ਦੁਨੀਆ ਦੇ ਅੰਦਰ ਇਸ ਤਰ੍ਹਾਂ ਦਾ ਦਾਨ ਧਾਰਮਿਕ ਦੁਨੀਆ ਦੇ ਵਿੱਚ ਕੋਈ ਮਹੱਤਵ ਨਹੀਂ ਰੱਖਦਾ, ਕੋਈ ਮਾਨਤਾ ਨਹੀਂ ਰੱਖਦਾ। ਇਸੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ ਤੂੰ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਰਸਨਾ ਤੋਂ ਚੇਤੇ ਕਰ। ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਤੇ, ਉਚਰੰਤ ਨਾਨਕ ਹਰ ਹਰ ਰਸਨਾ। ਪਰਮਾਤਮਾ ਦੇ ਨਾਮ ਨੂੰ ਆਪਣੀ ਰਸਨਾ ਤੋਂ ਚੇਤੇ ਕਰ।
ਜਦੋਂ ਚੇਤੇ ਕਰੇਗਾ, ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਦ੍ਰਿੜ ਕਰੇਗਾ, ਫਿਰ ਸਤਿਗੁਰ ਕਹਿੰਦੇ ਨੇ ਫਿਰ ਅਸਲ ਵਿੱਚ ਤੇਰੀ ਰਸਨਾ ਤੋਂ ਜਪਿਆ ਨਾਮ ਹੀ ਤੇਰੇ ਲਈ ਕਰੋੜਾ ਦਾਨ ਹੋ ਜਾਏਗਾ, ਕਰੋੜਾ ਤਰ੍ਹਾਂ ਦਾ ਇਸ਼ਨਾਨ ਹੋ ਜਾਏਗਾ। ਫਿਰ ਤੈਨੂੰ ਕਿਸੇ ਬਾਹਰ ਮੁਖੀ ਥਾਂ ਤੇ ਭਟਕਣ ਦੀ ਜ਼ਰੂਰਤ ਨਹੀਂ। ਖਿਆਲ ਕਰਿਓ, ਅੱਜ ਮਨੁੱਖ ਦੀ ਹਾਲਤ ਇਹ ਹੈ ਸਾਧ ਸੰਗਤ, ਘਰ ਦੇ ਵਿੱਚ ਬਜ਼ੁਰਗ ਮਾਂ-ਬਾਪ ਨੂੰ ਪਾਣੀ ਰੋਟੀ ਪੁੱਛਣ ਲਈ ਤਿਆਰ ਨਹੀਂ। ਉਹਨਾਂ ਦੇ ਲਈ ਇੱਕ ਵੱਖਰਾ ਕਮਰਾ ਨਿਯਤ ਕਰ ਦਿੱਤਾ ਹੈ, ਤੁਸੀਂ ਅੰਦਰ ਬੈਠੋ, ਨੌਕਰ ਤੁਹਾਨੂੰ ਰੋਟੀ ਦੇ ਦੇਗਾ, ਨੌਕਰ ਤੁਹਾਨੂੰ ਬਾਹਰ ਲੈ ਜਾਏਗਾ। ਮਾਂ-ਬਾਪ ਨੂੰ ਪੁੱਛਣ ਦਾ ਸਮਾਂ ਨਹੀਂ, ਤੇ ਤੀਰਥਾਂ ਤੇ ਬੰਦਾ ਭਟਕਦਾ ਹੈ ਸਾਰੀ ਜ਼ਿੰਦਗੀ, ਤੀਰਥਾਂ ਤੇ ਇਸ਼ਨਾਨ ਕਰਦਾ ਹੈ। ਮੈਂ ਬੇਨਤੀ ਕਰਦਿਆਂ ਸਾਧ ਸੰਗਤ, ਐਸੇ ਬੜੇ ਲੋਕ ਨੇ, ਐਸੇ ਬੜੇ ਪਰਿਵਾਰ ਨੇ ਜਿਨ੍ਹਾਂ ਦੇ ਅੰਦਰ ਬਜ਼ੁਰਗਾਂ ਦੀ ਇੰਨੀ ਨਿਰਾਦਰੀ ਹੁੰਦੀ ਹੈ। ਸੱਚ ਵਿੱਚ ਮੈਂ ਕਈ ਵਾਰੀ ਸੋਚਣਾ ਵੀ ਜੇ ਬਾਹਰ ਜਾ ਕੇ ਇਹ ਲੱਖਾਂ ਦਾਨ ਵੀ ਕਰਦੇ ਪਏ ਨੇ, ਲੱਖਾਂ ਇਸ਼ਨਾਨ ਵੀ ਕਰਦੇ ਪਏ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਗਾਹ ਵਿੱਚ ਉਹਨਾਂ ਦਾ ਕੀਤਾ ਦਾਨ, ਉਹਨਾਂ ਦਾ ਕੀਤਾ ਇਸ਼ਨਾਨ ਕੋਈ ਕਦੀ ਪ੍ਰਵਾਨ ਨਹੀਂ ਚੜ ਸਕਦਾ, ਉਹ ਕੋਈ ਅਰਥ ਨਹੀਂ ਰੱਖਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਇਸੇ ਕਰਕੇ ਕਹਿ ਰਹੇ ਨੇ, ਕੋਟ ਦਾਨ ਇਸ਼ਨਾਨੰ ਅਨਿਕ ਸੋਧਨ ਪਵਿੱਤਰਤੈ। ਪਾਤਸ਼ਾਹ ਕਹਿੰਦੇ ਨੇ, ਪਰ ਕਰਨਾ ਕੀ ਪਏਗਾ? ਉਚਰੰਤ ਨਾਨਕ ਹਰ ਹਰ ਰਸਨਾ, ਆਪਣੀ ਇਸ ਰਸਨਾ ਤੋਂ ਪ੍ਰਮਾਤਮਾ ਦੇ ਨਾਮ ਨੂੰ ਉਚਾਰਨ ਕਰ, ਤੈਨੂੰ ਸਮਝ ਆ ਜਾਏਗੀ ਵੀ ਦਾਨ ਕਿਹੜਾ ਕਰਨਾ ਹੈ ਤੇ ਇਸ਼ਨਾਨ ਕਿਹੜਾ ਕਰਨਾ ਹੈ। ਤੇਰੇ ਮਨ ਦੀ ਪਵਿੱਤਰਤਾ ਕਿਵੇਂ ਹੋਏਗੀ? ਅਨਿਕ ਸੋਧਨ ਪਵਿੱਤਰਤਾ। ਸਾਧਨ ਬਾਹਰ ਮੁਖੀ ਬੰਦਾ ਬੜੇ ਵਰਤਦਾ ਹੈ। ਸਾਧ ਸੰਗਤ ਦੇ ਸਾਧਨ ਹੀ ਨੇ, ਪੂਜਾ ਕਰਨੀ, ਜਪ ਕਰਨਾ, ਤਪ ਕਰਨਾ, ਇਹ ਸਾਧਨ ਨੇ। ਪਰ ਇਹਨਾਂ ਸਾਧਨਾਂ ਦਾ ਲਾਭ ਤਾਂ ਹੈ ਜੇ ਮਨੁੱਖ ਇਹਨਾਂ ਸਾਧਨਾਂ ਦੇ ਨਾਲ ਬਦਲ ਜਾਏ, ਆਪਣੀ ਕਰਨੀ ਵਿੱਚ ਚੇਂਜ ਲੈ ਕੇ ਆਏ, ਆਪਣੇ ਜੀਵਨ ਕਿਰਿਆ ਵਿੱਚ ਬਦਲਾਵ ਲੈ ਕੇ ਆਏ। ਸਤਿਗੁਰ ਕਹਿੰਦੇ ਨੇ ਅਸਲ ਵਿੱਚ ਇਹ ਆਪਣੇ ਜੀਵਨ ਵਿੱਚ ਬਦਲਾਵ ਨਹੀਂ ਲਿਆਉਣਾ ਚਾਹੁੰਦਾ। ਇੱਕ ਬਚਨ ਬੜਾ ਪਿਆਰਾ ਹੈ, ਸਾਹਿਬ ਦਾ ਤੁਸੀਂ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ, ਕਦੀ ਕਿਸੇ ਸ਼ਿਕਾਰੀ ਨੂੰ ਵੇਖ, ਉਹ ਜਦੋਂ ਕਿਸੇ ਪਸ਼ੂ ਦਾ, ਪੰਛੀ ਦਾ ਸ਼ਿਕਾਰ ਕਰਦਾ ਹੈ, ਤੇ ਜਿਸ ਪੰਛੀ ਦਾ, ਪਸ਼ੂ ਦਾ ਉਹਨੇ ਸ਼ਿਕਾਰ ਕਰਨਾ ਹੋਵੇ, ਉਹ ਧਰਤੀ ਤੇ ਲੰਮਾ ਲੇਟ ਕੇ ਜਿਵੇਂ ਕੋਈ ਪਰਮਾਤਮਾ ਦੇ ਚਰਨਾਂ ਵਿੱਚ ਡੰਡੌਤ ਕਰਦਾ ਹੈ, ਇਸ ਤਰ੍ਹਾਂ ਡੰਡੇ ਦੀ ਤਰ੍ਹਾਂ ਲੇਟਦਾ ਹੈ ਤੇ ਬੜੇ ਧਿਆਨ ਦੇ ਨਾਲ ਆਪਣੇ ਸ਼ਿਕਾਰ ਦਾ ਸ਼ਿਕਾਰ ਕਰਦਾ ਹੈ। ਪਰ ਸਤਿਗੁਰ ਕਹਿੰਦੇ ਨੇ, ਉਹਦਾ ਧਰਤੀ ਤੇ ਡੰਡੇ ਦੀ ਤਰ੍ਹਾਂ ਲੇਟਣਾ ਇਹ ਇਸ ਗੱਲ ਦੀ ਗਵਾਹੀ ਨਹੀਂ ਭਰਦਾ ਕਿ ਉਹ ਬੰਦਾ ਬੜਾ ਵੱਡਾ ਧਰਮੀ ਹੈ, ਉਹ ਪਰਮਾਤਮਾ ਨੂੰ ਨਮਸਕਾਰਾਂ ਕਰ ਰਿਹਾ, ਉਸ ਜੀਵ ਨੂੰ ਨਮਸਕਾਰਾਂ ਕਰ ਰਿਹਾ। ਨਹੀਂ, ਉਹਦਾ ਡੰਡੇ ਦੀ ਤਰ੍ਹਾਂ ਲੇਟਣਾ ਕਿਸੇ ਜੀਵ ਦੀ ਹੱਤਿਆ ਦੇ ਲਈ ਹੈ। ਸਤਿਗੁਰ ਕਹਿੰਦੇ ਨੇ, ਕਿਤੇ ਐਸਾ ਤੇ ਨਹੀਂ, ਤੂੰ ਬਾਹਰ ਮੁਖੀ ਦਾਨ ਕਰ ਰਿਹਾ ਹੈ, ਬਾਹਰ ਮੁਖੀ ਇਸ਼ਨਾਨ ਕਰ ਰਿਹਾ ਹੈ, ਪਰ ਤੂੰ ਇਹ ਸਭ ਕੁਝ ਕਰਨ ਤੋਂ ਬਾਅਦ ਫਿਰ ਇੱਕ ਨਵੇਂ ਸਿਰੇ ਤੋਂ ਸੰਸਾਰ ਦੇ ਪਾਪ ਕਮਾਉਣ ਦੇ ਲਈ ਤਿਆਰੀ ਤੇ ਨਹੀਂ ਕਰਦਾ ਪਿਆ। ਕਿਤੇ ਐਸਾ ਤੇ ਨਹੀਂ, ਤੇਰੇ ਮਨ ਦੇ ਅੰਦਰ ਦੇ ਭੁਲੇਖੇ ਤੇਰੇ ਜੀਵਨ ਨੂੰ ਇਸ ਨਿਗਾਰ ਤੇ ਲਿਆ ਕੇ ਖੜਾ ਕਰ ਦੇਣ ਕਿ ਤੇਰਾ ਜੀਵਨ ਪਸ਼ੂ ਨਾਲੋਂ ਵੀ ਨੀਵਾਂ ਹੋ ਜਾਏ। ਇਸੇ ਕਰਕੇ ਸਤਿਗੁਰ ਕਹਿੰਦੇ ਨੇ, ਨਹੀਂ, ਪਰਮਾਤਮਾ ਦੇ ਨਾਮ ਨੂੰ ਚੇਤੇ ਕਰ। ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਤੁਸੀਂ ਬੜੀ ਵਾਰੀ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ, ਅਪਰਾਧੀ ਦੂਣਾ ਨੀਵੇਂ ਜੋ ਹੰਤਾ ਮਿਰਗਾਹੇ, ਸੀਸ ਨਿਵਾਈਐ ਕਿਆ ਥੀਏ ਜਾਂ ਹਿਰਦੈ ਕੁਸੁਦੇ ਜਾਹੇ। ਸੀਸ ਨਿਵਾਣ ਦਾ ਕੀ ਲਾਭ ਜੇ ਹਿਰਦਾ ਖਾਲੀ ਲੈ ਕੇ ਚਲੇ ਜਾਣਾ ਹੈ, ਭਾਵ ਜੇ ਸਖਣਾ ਹੀ ਚਲੇ ਜਾਣਾ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ, ਤੇਰੇ ਪਾਪ ਤਾਂ ਸਾਰੇ ਮੁੱਕਣਗੇ ਜੇ ਤੂੰ ਰਸਨਾ ਤੋਂ ਰੱਬ ਜੀ ਦੇ ਨਾਮ ਨੂੰ ਚੇਤੇ ਕਰੇਗਾ। ਰਸਨਾ ਤੋਂ ਚੇਤੇ ਕੀਤਾ ਹੋਇਆ ਤੇਰੀ ਜੀਵਨ ਦੀ ਕਰਨੀ ਦੇ ਵਿੱਚ ਸ਼ਾਮਲ ਹੋ ਜਾਏਗਾ। ਇਸੇ ਕਰਕੇ ਸਤਿਗੁਰ ਫਿਰ ਦੂਜੀ ਐਗਜ਼ਾਮਪਲ ਬੜੀ ਪਿਆਰੀ ਦਿੰਦੇ ਨੇ। ਪਾਤਸ਼ਾਹ ਕਹਿੰਦੇ ਨੇ, ਮੈਂ ਲੱਕੜ ਲਈ, ਉਹ ਲੱਕੜ ਬਹੁਤ ਸੀ, ਮਣਾ ਮੂੰਹ ਭਾਰ ਸੀ ਉਸ ਲੱਕੜ ਦਾ। ਉਸ ਮਣਾ ਮੂੰਹ ਲੱਕੜ ਨੂੰ ਲੈ ਕੇ ਉਹਦੇ ਇੱਕ ਛੋਟੀ ਜੀ ਚਿੰਗਾਰੀ ਸਤਿਗੁਰ ਕਹਿੰਦੇ ਨੇ ਅੱਗ ਦੀ ਲਾ ਦਿੱਤੀ। ਲੱਕੜ ਮਣਾ ਮੂੰਹ ਹੈ, ਪਰ ਉਸ ਮਣਾ ਮੂੰਹ ਲੱਕੜ ਨੂੰ ਅੱਗ ਲਾਉਣ ਦੇ ਲਈ ਮਣਾ ਮੂੰਹ ਅੱਗ ਨਹੀਂ ਚਾਹੀਦੀ। ਲੱਕੜ ਹਜ਼ਾਰਾਂ ਟਨ ਪਈ ਹੋਵੇ, ਭਾਵੇਂ ਲੱਖਾਂ ਟਨ ਪਈ ਹੋਵੇ, ਪਰ ਧਿਆਨ ਦੇਣ ਉਹਨੂੰ ਅੱਗ ਸਿਰਫ ਇੱਕ ਛੋਟੀ ਜੀ ਚਿੰਗਾਰੀ ਚਾਹੀਦੀ ਹੈ। ਸਾਹਿਬ ਕਹਿੰਦੇ ਨੇ, ਜਿਵੇਂ ਉਸ ਛੋਟੀ ਜੀ ਚਿੰਗਾਰੀ ਦੇ ਨਾਲ ਉਸ ਲੱਕੜ ਨੂੰ ਅੱਗ ਲਾਈ, ਉਹ ਮਣਾ ਮੂੰਹ ਲੱਕੜ ਸੜ ਕੇ ਸੁਆਹ ਹੋ ਗਈ। ਪਾਤਸ਼ਾਹ ਕਹਿੰਦੇ ਨੇ, ਇਸੇ ਤਰ੍ਹਾਂ ਤੇਰੇ ਅੰਦਰ ਭਾਵੇਂ ਲੱਖਾਂ ਹੀ ਪਾਪ ਕਿਉਂ ਨਾ ਹੋਣ, ਤੇਰੀ ਸੁਰਤ ਭਾਵਾਂ ਕਿੰਨੀ ਮੈਲੀ ਕਿਉਂ ਨਾ ਹੋਵੇ, ਜਦੋਂ ਤੂੰ ਪ੍ਰਮਾਤਮਾ ਦੇ ਨਾਮ ਨੂੰ ਭਾਵਨਾ ਦੇ ਨਾਲ, ਆਪਣੇ ਅੰਦਰ ਬਦਲਾਵ ਹੋਣ ਦੀ ਭਾਵਨਾ ਦੇ ਨਾਲ ਜਦੋਂ ਤੂੰ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰਦਾ ਹੈ,
ਤੇ ਇੱਕ ਨਿਮਖ ਮਾਤਰ ਚੇਤੇ ਕੀਤਾ ਹੋਇਆ ਨਾਮ ਵੀ ਸਤਿਗੁਰ ਕਹਿੰਦੇ ਨੇ ਤੇਰੇ ਕਰੋੜਾਂ ਪਾਪ ਨਾਸ਼ ਕਰ ਦੇਗਾ। ਸਾਹਿਬ ਦਾ ਬਚਨ ਹੈ, ਪਾਤਸ਼ਾਹ ਕਹਿੰਦੇ ਨੇ ਇੰਦਨ ਕੀਤੋ ਮੂੰਹ ਘਣਾ, ਮੈਂ ਘਣਾ ਬਹੁਤ ਸਾਰਾ ਇੰਦਨ ਭਾਵ ਲੱਕੜ ਲਈ, ਭੋਰੀ ਦਿੱਤਮ ਭਾਹ, ਉਹਦੇ ਅੰਦਰ ਇੱਕ ਨਿਮਖ ਮਾਤਰ ਚਿੰਗਾਰੀ ਅੱਗ ਦੀ ਲਾਈ। ਮਨ ਵਸੰਦੜੋ ਸੱਚ, ਜਦੋਂ ਸਤਿਗੁਰ ਕਹਿੰਦੇ ਨੇ ਤੇਰੇ ਮਨ ਦੇ ਅੰਦਰ ਸੱਚ ਟਿਕ ਜਾਏਗਾ, ਤੈਨੂੰ ਪ੍ਰਤੀਤ ਆ ਜਾਏਗੀ ਸੱਚ ਦੀ ਵੀ ਪਾਪ ਕਿਵੇਂ ਦੂਰ ਹੁੰਦੇ ਨੇ। ਪਾਤਸ਼ਾਹ ਕਹਿੰਦੇ ਨੇ ਸ਼ਹ ਨਾਨਕ ਹੱਬੇ ਦੁਖੜੇ ਉਲਾ, ਇਹ ਨਾਨਕ ਜੀ ਫਿਰ ਸਾਰੇ ਦੁੱਖ ਜਿਹੜੇ ਨੇ ਉਹ ਇਸ ਤਰ੍ਹਾਂ ਨਾਸ਼ ਹੋ ਜਾਣਗੇ ਜਿਵੇਂ ਮਣਾ ਮੂਈ ਲੱਕੜ ਸੜ ਕੇ ਸੁਆਹ ਹੋ ਗਈ। ਇਸੇ ਤਰ੍ਹਾਂ ਤੇਰੇ ਅੰਦਰ ਦੇ ਪਾਪ ਭਾਵੇਂ ਕਿੰਨੇ ਵੀ ਕਿਉਂ ਨਾ ਹੋਣ, ਜਦੋਂ ਸੱਚ ਨਾਲ ਜੁੜ ਜਾਏਗਾ। ਧਿਆਨ ਦੇਣਾ ਸਾਧ ਸੰਗਤ, ਸਰੀਰ ਦੇ ਕਿਸੇ ਅੰਗ ਤੇ ਮੈਲ ਲੱਗੀ ਹੋਵੇ ਨਾ, ਤੇ ਤੁਸੀਂ ਕਿਸੇ ਮਨੁੱਖ ਨੂੰ ਕਹਿ ਦਿਓ ਵੀ ਤੇਰੇ ਸਰੀਰ ਤੇ ਦਾਗ ਲੱਗਾ ਹੈ, ਮੈਲ ਲੱਗੀ ਹੈ, ਉਹ ਕਹਿੰਦਾ ਤੁਸੀਂ ਕਿਹੜੀ ਥਾਂ ਤੇ ਲੱਗੀ ਹੈ ਮੈਨੂੰ ਨਜ਼ਰ ਨਹੀਂ, ਕਿਉਂਕਿ ਚਿਹਰਾ ਬੰਦਾ ਆਪਣਾ ਆਪਣੇ ਨੇਤਰਾਂ ਨਾਲ ਨਹੀਂ ਵੇਖ ਸਕਦਾ, ਤੁਸੀਂ ਦੂਜੇ ਦੇ ਚਿਹਰੇ ਨੂੰ ਵੇਖ ਸਕਦੇ ਹੋ। ਉਹਦੇ ਸਾਹਮਣੇ ਫਿਰ ਜਦੋਂ ਹੀ ਉਹ ਅਕਸ਼ ਆਉਂਦਾ ਹੈ, ਸੀਸਾ ਆਉਂਦਾ ਹੈ, ਮਿਰਰ ਆਉਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਚਿਹਰੇ ਤੇ ਕਿੱਥੇ ਮੈਲ ਲੱਗੀ, ਉਹ ਲਾ ਲੈਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਸਾਨੂੰ ਆਪਣੀ ਬੁੱਧ ਨਾਲ, ਅਕਲ ਦੇ ਨਾਲ ਦੂਜਿਆਂ ਦੇ ਅਵਗੁਣ ਵੇਖਣੇ ਬੜੇ ਚੰਗੇ ਲੱਗਦੇ ਨੇ। ਅਸੀਂ ਸਾਰੀ ਜ਼ਿੰਦਗੀ ਦੂਜਿਆਂ ਦੇ ਐਬ ਵੇਖਨੇ ਆ, ਪਰ ਜਿਸ ਦਿਨ ਸਮਝ ਆ ਜਾਂਦੀ ਅਸੀਂ ਸੱਚ ਰੂਪੀ ਸੀਸੇ ਦੇ ਸਾਹਮਣੇ ਖੜੇ ਹੋ ਜਾਂਦੇ ਆ, ਫਿਰ ਪਤਾ ਲੱਗਦਾ ਵੀ ਭਲਿਆ ਮੈਂ ਤੇ ਦੂਜਿਆਂ ਦੇ ਅੰਦਰੋਂ ਐਬ ਲੱਭ ਰਿਹਾ ਸੀ ਤੇ ਮੇਰੇ ਅੰਦਰ ਵੀ ਨੇ, ਮੈਂ ਤੇ ਦੂਜਿਆਂ ਨੂੰ ਮਾੜਾ ਕਹਿ ਰਿਹਾ ਸੀ ਤੇ ਇਸ ਥਾਂ ਤੇ ਮੈਂ ਆਪ ਖੜਾ ਹੋਇਆ, ਇਹ ਐਬ ਤੇ ਮੇਰੇ ਅੰਦਰ ਵੀ ਨੇ। ਕਿਸੇ ਅਦੀਬ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦਾ ਹੈ ਜਦੋਂ ਤੱਕ ਦੁਨੀਆ ਦੇ ਐਬ ਵੇਖਦਾ ਰਿਹਾ ਨਾ, ਉਦੋਂ ਤੱਕ ਆਪਣੇ ਗੁਨਾਹ ਨਜ਼ਰ ਨਹੀਂ ਆਏ, ਤੇ ਜਦੋਂ ਆਪਣੇ ਗੁਨਾਹਾਂ ਤੇ ਨਿਗਾਹ ਪਈ, ਉਹ ਕਹਿੰਦਾ ਫਿਰ ਦੁਨੀਆ ਤੇ ਕੋਈ ਬੁਰਾ ਦਿਸਿਆ ਹੀ ਨਹੀਂ। ਜਬ ਢੂੰਡਤੇ ਤੇ ਦੁਨੀਆ ਕੇ ਐਬੋ ਹੁਨਰ, ਕਹਿੰਦੇ ਜਦੋਂ ਤੱਕ ਦੁਨੀਆ ਦੇ ਐਬ ਲੱਭਨੇ ਸਨ, ਜਬ ਢੂੰਡਤੇ ਥੇ ਦੁਨੀਆ ਕੇ ਐਬੋ ਹੁਨਰ, ਫਿਰ ਕਹਿੰਦਾ ਸੱਚ अपने आपे ते जदों निगाह पई, जब अपने गुनाहों पे पड़ी निगाह तो दुनिया में कोई बुरा ना रहा। जदों अपने गुनाहां ते निगाह पै गई, समझ आ गई भी बंदिया एवें उहदे अवगुण लाभना से तू ते आप इत्थे खड़ा होया। धन गुरु ग्रंथ साहिब पातशाह कहंदे ने फिर बंदे दे अंदर दे अवगुण दूर हो गए। यही सतगुर की बाणी दस रही। पातशाह कहंदे ने तू सतगुर दे नाम दा आसरा लै, रसना तो गुणां नूं चेते कर। इन्हां गुणां नूं जदों चेते करेगा अपनी रचना तो ये गुण तेरे अंदर दे पाप तेनू नज़र विच लिया देणगे कि तेरे अंदर किन्ने अवगुण ने। फिर तेरे कोलों एक पॉसिबिलिटी है, एक संभावना है, गुरबाणी दा आधार बना के तू अपने अंदर इन्हां अवगुणां नूं दूर कर सकना है। पर जे इस संभावना नूं लागू करेगा, पैदा करेगा अपने जीवन विच, पर जे सारी जिंदगी दूजियां दे अवगुण वेखने ने ते साध संगत जिन्ने मर्जी पंडा बन के कट्ठियां कर लवो, लोग अवगुणा की बन्ने गंठड़ी, गुण ना विहाजै कोई। सब कहते ने गुण का गाहक नानका विरला कोई होए। सतगुर इसे करके कह रहे ने तू नाम जप, तू ये जे असल विच तेनू दान इशनान करन दी सोझी आ जाए। भाई साहब भाई गुरदास जी दे बड़े प्यारे बोल ने, वो कहंदे पंच बार गंग जाए बार पंच प्राग नहाए, तैसा पुन एक सिख को नवाएगा। किसी गुरसिख नूं जिहड़ा भावना दे नाल पुरत होवे उहनूं इशनान करा दिओ। एवें बार लखां तुसीं दान इशनान करदे पए हो, वो दान इशनान किसी अर्थयोग नहीं। फिर कहंदे ने नहीं नहीं, जैसे सात मंदिर कंचन के उसार दीने, तैसा पुन एक सिख को शब्द सिखाएगा। किसी नूं एक शब्द नाल गुरु दे उपदेश नाल जोड़ दे। तां ही गुरु अर्जन साहिब कहंदे ने किनका एक जिस जी बसावे, तां की महिमा गणी ना आवे। फिर पातशाह जी पौड़ी दे अंदर बख्शिश करते ने, साहिब कहंदे ने कोट अगां सब नाश होए सिमरत हर नाम। करोड़ां पाप नाश हो जाणगे जदों तू नाम दा सिमरन करेगा। इहदा मतलब है रब्बी याद विच जीना जरूरी है। साध संगत गुण तां चेते करने ने, मैं फिर बेनती कर दिया, एक बंदा रोज सवेर तो शाम तक बाणी पढ़दा है,
ਪਰ ਉਹਨੇ ਆਪਣਾ ਨੇਮ ਬਣਾਇਆ ਵੀ ਦਿਨ 'ਚ ਮੈਂ 10 ਜਪਜੀ ਸਾਹਿਬ ਜੀ ਦੇ ਪਾਠ ਕਰਨੇ ਨੇ, 2 ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ ਨੇ। ਉਹਨੇ ਇੱਕ ਨੇਮ ਬਣਾਇਆ, ਰੋਜ਼ ਪੜ੍ਹਦਾ ਹੈ। ਪੜ੍ਹਦਿਆਂ ਉਹਨੂੰ 50 ਸਾਲ ਹੋ ਗਏ ਨੇ, ਪਰ ਉਹਦੇ ਜੀਵਨ ਦੇ ਵਿੱਚ ਬਾਹਰੀ ਤੌਰ ਤੇ ਕੋਈ ਬਦਲਾਵ ਨਹੀਂ ਆਇਆ। ਉਹਦੇ ਜੀਵਨ ਉਸੇ ਤਰ੍ਹਾਂ ਜਿਵੇਂ ਪਹਿਲਾਂ ਜੀ ਰਿਹਾ ਸੀ ਉਵੇਂ ਜੀ ਰਿਹਾ। ਸਤਿਗੁਰ ਕਹਿੰਦੇ ਨੇ ਕੋਈ ਫਾਇਦਾ ਨਹੀਂ। ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਨੇ, ਮਾਫ ਕਰਨਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਨੇ, ਪਰ ਬਾਹਰੀ ਤੌਰ ਤੇ ਉਹ ਗੁਰਬਾਣੀ ਨਾਲ ਜੁੜੇ ਵੀ ਨੇ, ਬਾਣੀ ਵੀ ਪੜ੍ਹਦੇ ਨੇ, ਸਭ ਕੁਝ, ਪਰ ਉਹਨਾਂ ਦੇ ਅੰਦਰੂਨੀ ਤੌਰ ਤੇ ਉਹਨਾਂ ਦੇ ਜੀਵਨ ਵਿੱਚ ਕੋਈ ਬਦਲਾਵ ਨਹੀਂ। ਇਸ ਕਰਕੇ ਗੁਰੂ ਦੇ ਹੁਕਮ ਨੂੰ ਵੀ ਨਕਾਰ ਦਿੰਦੇ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਵੀ ਝਗੜਾ ਕਰਦੇ ਨੇ ਤੇ ਸਾਹਿਬ ਨੂੰ ਕਹਿਣਾ ਪਿਆ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤਿੰਨ ਹੋ ਤਿੰਨ ਸੋ ਝਗੜਤ ਪਾਪ। ਪੁੱਤਰਾ ਕਿਉਂ ਪਿਓ ਦੇ ਨਾਲ ਝਗੜਾ ਕਰਦੇ? ਗੁਰੂ ਨੂੰ ਕਹਿਣਾ ਪਿਆ। ਇਹਦਾ ਮਤਲਬ ਹੈ ਜੇ ਮੈਂ ਸਾਰਾ ਦਿਨ ਪਾਠ ਕਰਨਾ ਤੇ ਘਰ ਵਿੱਚ ਮਾਂ ਪਿਓ ਦੇ ਨਾਲ ਸਦਾ ਹੀ ਝਗੜਦਾ ਰਹਿਣਾ, ਪਰਿਵਾਰ ਦੇ ਨਾਲ ਸਦਾ ਹੀ ਲੜਦਾ ਰਹਿਣਾ, ਤੇ ਸਤਿਗੁਰ ਕਹਿੰਦੇ ਨੇ ਫਿਰ ਮੇਰੇ ਜਪੇ ਹੋਏ ਦਾ ਕੀ ਲਾਭ? ਕਿ ਮੈਂ ਇਹ ਬਾਹਰ ਮੁਖੀ ਦਿਖਾਵਾ ਲੋਕਾਂ ਨੂੰ ਦਿਖਾ ਰਿਹਾ। ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ, ਫਿਰ ਤੇ ਇਹਨਾਂ ਦਾ ਕੋਈ ਲਾਭ ਨਹੀਂ। ਇਸੇ ਕਰਕੇ ਸਤਿਗੁਰ ਕਹਿੰਦੇ ਨੇ ਤੂੰ ਭਾਵੇਂ ਥੋੜਾ ਪੜ੍ਹ, ਪਰ ਇੱਕ ਗੱਲ ਚੇਤੇ ਰੱਖ, ਜੋ ਪੜ੍ਹ ਰਿਹਾ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲੈ। ਤੇਰੇ ਕਰੋੜਾਂ ਪਾਪ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾਸ਼ ਹੋ ਜਾਣਗੇ ਜਦੋਂ ਨਾਮ ਦਾ ਸਿਮਰਨ ਕਰੇਗਾ, ਜਦੋਂ ਪ੍ਰਮਾਤਮਾ ਦੇ ਗੁਣਾਂ ਨੂੰ ਦ੍ਰਿੜ ਕਰੇਗਾ। ਮਨ ਚਿੰਦੇ ਫਲ ਪਾਈਐ, ਸਭ ਕਹਿੰਦੇ ਨੇ ਤੇਰੇ ਮਨ ਅੰਦਰ ਜਿੰਨੀਆਂ ਇੱਛਾਵਾਂ ਨੇ, ਮਨ ਇੱਛੇ ਤੈਨੂੰ ਫਲਾਂ ਦੀ ਪ੍ਰਾਪਤੀ ਹੋ ਜਾਏਗੀ। ਹਰ ਕੇ ਗੁਣ ਗਾਓ, ਤੂੰ ਪ੍ਰਮਾਤਮਾ ਦੇ ਅੰਮ੍ਰਿਤ ਕੀਮਤੀ ਗੁਣਾਂ ਨੂੰ ਚੇਤੇ ਕਰ। ਜਨਮ ਮਰਨ ਪੈ ਕੱਟੀਐ, ਸਤਿਗੁਰ ਕਹਿੰਦੇ ਨੇ ਤੇਰਾ ਜਨਮ ਮਰਨ ਦਾ ਦੁੱਖ ਕੱਟਿਆ ਜਾਏਗਾ। ਜੋ ਤੇਰੇ ਅੰਦਰ ਜਨਮ ਮਰਨ ਦਾ ਦੁੱਖ, ਅਸਲ ਵਿੱਚ ਸਾਧ ਸੰਗਤ ਜਨਮ ਸੁੱਖ ਹੈ, ਮਰਨ ਦੁੱਖ ਹੈ। ਪਰਿਵਾਰ ਵਿੱਚ ਬੱਚੇ ਦਾ ਜਨਮ ਹੋਵੇ, ਲੋਕ ਵਧਾਈਆਂ ਦਿੰਦੇ ਨੇ, ਕਿਸੇ ਦੀ ਮੌਤ ਹੋ ਜਾਏ ਤੇ ਬੜੀ ਪੀੜਾ ਤੇ ਦੁੱਖ ਹੁੰਦਾ ਹੈ। ਇਹਨੂੰ ਸਤਿਗੁਰ ਜਨਮ ਮਰਨ ਕਹਿੰਦੇ ਨੇ ਬਾਣੀ ਵਿੱਚ। ਧਿਆਨ ਦੇਣਾ, ਜਨਮ ਮਰਨ ਦਾ ਭਾਵ ਅਸਲ ਵਿੱਚ ਸੁੱਖ ਦੁੱਖ ਹੈ, ਔਰ ਸਾਰੇ ਸੰਸਾਰ ਦੀ ਕਿਰਿਆ ਇਹਨਾਂ ਦੋ ਚੀਜ਼ਾਂ ਦੇ ਵਿੱਚ ਹੈ। ਉਹਨੂੰ ਤੁਸੀਂ ਜਨਮ ਮਰਨ ਕਹਿ ਲਵੋ, ਉਹਨੂੰ ਬਾਣੀ ਵਿੱਚ ਸੁੱਖ ਦੁੱਖ ਆਖਿਆ ਗਿਆ ਹੈ। ਪਾਤਸ਼ਾਹ ਕਹਿੰਦੇ ਨੇ ਜਨਮ ਮਰਨ ਭੈ ਕੱਟੀਐ, ਤੇਰਾ ਦੁੱਖ ਸੁੱਖ ਦਾ ਭੈ ਕੱਟਿਆ ਜਾਏਗਾ, ਤੇਰੇ ਅੰਦਰ ਇਹ ਬਿਰਤੀ ਨਾਸ਼ ਹੋ ਜਾਏਗੀ। ਤੈਨੂੰ ਸਮਝ ਆ ਜਾਏਗੀ ਕਿ ਜਦੋਂ ਪ੍ਰਮਾਤਮਾ ਦਾ ਨਾਮ ਲਈਏ ਉਦੋਂ ਹੀ ਸੁਖੀ ਹੋ ਸਕਨੇ ਆ। ਬਾਹਰ ਮੁਖੀ ਜੀਵਨ ਦੀ ਅਵਸਥਾ ਜੈਸੀ ਮਰਜ਼ੀ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਦੇ ਨੇ। ਸਰਸਾ ਨਦੀ ਦਾ ਕੰਢ ਹੈ, ਪਿੱਛੇ ਹਜ਼ਾਰਾਂ ਦਾ ਵਗ ਲੱਖਾਂ ਦਾ ਫੌਜ ਦਾ ਚੜਿਆ ਆ ਰਿਹਾ ਤੇ ਸਤਿਗੁਰ ਜੀ ਸਿੰਘਾਂ ਦੀ ਡਿਊਟੀ ਲਾ ਕੇ ਕਹਿੰਦੇ ਨੇ ਗੁਰਸਿੱਖੋ, ਅੰਮ੍ਰਿਤ ਵੇਲਾ ਹੋ ਗਿਆ, ਚਲੋ ਬਾਣੀ ਨੂੰ ਪੜ੍ਹੀਏ। ਬਾਣੀ ਨੂੰ ਪੜ੍ਹ ਕੇ ਆਪਣੇ ਮਨਾਂ ਵਿੱਚ ਖੇੜਾ ਪੈਦਾ ਕਰੀਏ। ਸਾਧ ਸੰਗਤ ਇਹ ਗੁਰੂ ਸਾਨੂੰ ਕਰਨੀ ਦੇ ਕੇ ਗਿਆ ਕਿ ਜੀਵਨ ਦੇ ਅੰਦਰ ਐਸੀਆਂ ਕੰਡੀਸ਼ਨਾਂ ਵੀ ਆਣਗੀਆਂ ਜਦੋਂ ਹੋ ਸਕਦਾ ਤੇਰੇ ਕੋਲ ਘਰ ਵੀ ਨਾ ਰਵੇ, ਤੇਰੇ ਲੋਕ ਦੁਸ਼ਮਣ ਬਣ ਜਾਣ, ਲਾਗੂ ਬਣ ਜਾਣ। ਲਾਗੂ ਹੋਏ ਦੁਸ਼ਮਣਾ ਸਾਖ ਤੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ। ਪਰ ਸਾਹਿਬ ਕਹਿੰਦੇ ਨੇ ਚੀਤ ਆਵੇ ਉਸ ਪਾਰ ਬ੍ਰਹਮ, ਪਰਮਾਤਮਾ ਨੂੰ ਚੇਤੇ ਰੱਖੀ ਤਾਂ ਲੱਗੇ ਨਾ ਤੱਤੀ ਵਾਓ। ਗੁਰੂ ਤੈਨੂੰ ਮੈਂਟਲੀ ਇੰਨਾ ਸਟਰੋਂਗ ਬਣਾ ਦੇਗਾ, ਆਤਮਿਕ ਤੌਰ ਤੇ ਇੰਨਾ ਬਲਵਾਨ ਬਣਾ ਦੇਗਾ। ਸਾਹਿਬ ਕਹਿੰਦੇ ਨੇ ਉਸ ਸਮੇਂ ਦੇ ਅੰਦਰ ਦੀ ਪੀੜਾ ਤੈਨੂੰ ਵਿਆਪੇਗੀ ਨਹੀਂ। ਬਸ ਆ ਹੈ ਜੀਵਨ ਦੇ ਅੰਦਰ ਸਮਝਣ ਵਾਲੀ ਗੱਲ। ਸਾਧ ਸੰਗਤ ਇਹਨੂੰ ਹੀ ਸਤਿਗੁਰ ਕਹਿ ਰਹੇ ਨੇ, ਜਨਮ ਮਰਨ ਪੈ ਕੱਟੀਆਂ ਨਿਸ਼ਚਲ ਸੱਚ ਥਾਉ। ਤੈਨੂੰ ਨਿਸ਼ਚਲ ਥਾਂ ਮਿਲ ਜਾਏਗੀ, ਸੱਚ ਰੂਪੀ ਥਾਂ ਮਿਲ ਜਾਏਗੀ, ਟਿਕਾਣਾ ਪ੍ਰਮਾਤਮਾ ਦੇ ਚਰਨਾਂ ਵਿੱਚ, ਉਹਦੇ ਉਪਦੇਸ਼ ਵਿੱਚ ਮਿਲ ਜਾਏਗਾ। ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ। ਸਭ ਕਹਿੰਦੇ ਨੇ ਜੇ ਪੂਰਬ ਲਿਖਿਆ ਹੋਇਆ ਹੋਵੇ ਫਿਰ ਗੁਰੂ ਦੇ ਚਰਨਾਂ ਦੇ ਵਿੱਚ ਸਮਾਈ ਮਿਲ ਜਾਂਦੀ। ਇਹਦਾ ਮਤਲਬ ਪੂਰਬ ਦਾ ਕੋਈ ਪੂਰਬਲੇ ਕਰਮਾਂ ਤੋਂ ਨਹੀਂ ਲੈਣਾ। ਸਾਧ ਸੰਗਤ ਜੇ ਪੂਰਬਲੇ ਕਰਮਾਂ ਤੋਂ ਮਤਲਬ ਲਵਾਂਗੇ ਤੇ ਫਿਰ ਸਾਧ ਸੰਗਤ ਅਸੀਂ ਜੋ ਕਰ ਰਹੇ ਹਾਂ ਉਹ ਪੂਰਬਲੇ ਕਰਮਾਂ ਕਰਕੇ ਕਰ ਰਹੇ ਹਾਂ। ਫਿਰ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ, ਨਾ ਕੋਈ ਪਾਪੀ ਹੈ, ਨਾ ਕੋਈ ਪੁੰਨੀ ਹੈ, ਨਾ ਕੋਈ ਸੰਸਾਰ ਤੇ ਚੰਗਿਆਈ ਹੈ, ਨਾ ਕੋਈ ਬੁਰਾਈ ਹੈ। ਫਿਰ ਤੇ ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ ਹੋ ਗਿਆ। ਨਹੀਂ, ਪੂਰਬ ਦਾ ਮਤਲਬ ਹੁੰਦਾ ਹੈ ਪਹਿਲਾਂ ਆ ਇੱਕ ਸਵਾਸ ਜਿਹੜਾ ਸਾਧ ਸੰਗਤ ਅਸੀਂ ਲੈ ਕੇ ਗਏ ਹਾਂ, ਇਹ ਸਾਡਾ ਪੂਰਬਲਾ ਕਰਮ ਹੈ। ਔਰ ਸਤਿਗੁਰ ਕਹਿੰਦੇ ਨੇ ਜਿਹੜਾ ਵੀ ਤੂੰ ਪਹਿਲਾਂ ਆਪਣੇ ਸਵਾਸਾਂ ਦੇ ਵਿੱਚ ਨਾਮ ਬੀਜਿਆ, ਬਸ ਪਤਾ ਨਹੀਂ ਕਿਹੜਾ ਬੀਜ ਪੁੰਗ ਰਿਹਾ ਹੈ, ਕਿਹੜੇ ਬੀਜ ਨੇ ਫਲ ਦਿੱਤਾ ਹੈ। ਸਤਿਗੁਰ ਕਹਿੰਦੇ ਨੇ ਤੈਨੂੰ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਦੇ ਉਪਦੇਸ਼ ਵਿੱਚ ਤੇਰਾ ਮਨ ਟਿਕ ਗਿਆ,
ਕਰ ਕਿਰਪਾ ਪ੍ਰਭ ਰਾਖ ਲਿਓ। ਤੇ ਅਰਦਾਸ ਕਰ ਕੀ ਹੈ ਮੇਰੇ ਸਤਿਗੁਰੂ ਕਿਰਪਾ ਕਰਕੇ ਮੈਨੂੰ ਵੀ ਇਸ ਸੰਸਾਰ ਭਵਜਲ ਦੇ ਵਿੱਚੋਂ ਰੱਖ ਲਵੋ। ਨਾਨਕ ਬਲ ਜਾਉ ਹੈ ਨਾਨਕ ਜੀ, ਮੈਂ ਸਦਾ ਉਸ ਕਰਤੇ ਪਰਮਾਤਮਾ ਤੋਂ ਬਲਿਹਾਰ ਜਾਣਾ, ਸਦਕੇ ਜਾਣਾ। ਔਰ ਅਰਦਾਸ ਕਰਨਾ ਕਿ ਮੇਰੇ ਮਾਲਕ ਜੀ ਮੈਂ ਵੀ ਬੜੇ ਔਗੁਣਾਂ ਨਾਲ ਭਰਿਆ, ਕਿਰਪਾ ਕਰਕੇ ਮੈਨੂੰ ਵੀ ਇਸ ਸੰਸਾਰ ਭਵਜਲ ਦੇ ਵਿੱਚੋਂ ਰੱਖ ਲਵੋ। ਮੈਨੂੰ ਵੀ ਸਮਝ ਆ ਜਾਏ ਵੀ ਜੀਵਨ ਜਿਉਣਾ ਕਿਵੇਂ, ਮੈਨੂੰ ਵੀ ਗੁਰੂ ਦੇ ਚਰਨਾਂ ਦੇ ਵਿੱਚੋਂ ਲਿਆਕਤ ਮਿਲ ਜਾਏ, ਮੈਨੂੰ ਵੀ ਪ੍ਰਤੀਤ ਆ ਜਾਏ ਵੀ ਗੁਣ ਕਿਵੇਂ ਵਿਹਾਜਨੇ ਨੇ। ਸਤਿਗੁਰ ਕਹਿੰਦੇ ਨੇ ਜਦੋਂ ਸਮਝ ਆ ਗਈ ਕਰ ਕਿਰਪਾ ਪ੍ਰਭ ਰਾਖ ਲਿਓ। ਨਾਨਕ ਬਲ ਜਾਉ ਮੈਂ ਬਲਿਹਾਰ ਜਾਣਾ ਐਸੇ ਸਤਿਗੁਰ ਤੋਂ ਜਿੰਦੇ ਚਰਨਾਂ ਨਾਲ ਜੁੜਿਆ ਪਾਪਾਂ ਦਾ ਨਾਸ਼ ਹੁੰਦਾ ਹੈ, ਜਿੰਦੇ ਚਰਨਾਂ ਨਾਲ ਜੁੜਿਆ ਸਮਝ ਆ ਜਾਂਦੀ ਹੈ ਵੀ ਦਾਨ ਇਸ਼ਨਾਨ ਕਿਹੜਾ ਕਰਨਾ ਹੈ। ਇਸ ਕਰਕੇ ਸਾਧ ਸੰਗਤ ਬਾਹਰ ਮੁਖੀ ਇਹਨਾਂ ਦਾਨਾਂ ਇਸ਼ਨਾਨਾਂ ਦੀ ਪ੍ਰਵਰਤੀ ਤੋਂ ਬਾਹਰ ਨਿਕਲ ਕੇ ਸੱਚ ਵਿੱਚ ਗੁਰੂ ਦੇ ਉਪਦੇਸ਼ ਦੇ ਅੰਦਰ ਇਸ਼ਨਾਨ ਕਰੀਏ, ਗੁਰੂ ਦੇ ਉਪਦੇਸ਼ ਨੂੰ ਜੀਵਨ ਦਾ ਆਧਾਰ ਬਣਾਈਏ। ਫਿਰ ਅਸੀਂ ਜ਼ਰੂਰਤਮੰਦ ਵੱਲ ਆਪਣੇ ਹੱਥ ਵਧਾਵਾਂਗੇ। ਗੁਰਦੁਆਰਿਆਂ 'ਚ ਬੜਾ ਸੋਨਾ ਲਾ ਲਿਆ ਸੀ ਸਾਧ ਸੰਗਤ, ਅਸੀਂ ਇਹ ਸੋਚਦੇ ਹਾਂ ਮਾਇਆ ਦੇ ਕੇ ਸੋਨਾ ਦੇ ਕੇ ਅਸੀਂ ਬੜਾ ਵੱਡਾ ਕੰਮ ਕਰ ਦਿੱਤਾ ਹੈ। ਸਾਧ ਸੰਗਤ ਜੇ ਉਹ ਕਿਸੇ ਗਰੀਬ ਦੇ ਮੂੰਹ ਤੱਕ ਨਹੀਂ ਪਹੁੰਚਿਆ ਤੇ ਸਾਡਾ ਦਿੱਤਾ ਹੋਇਆ ਕੋਈ ਅਰਥ ਨਹੀਂ ਰੱਖਦਾ। ਇਸ ਕਰਕੇ ਬੇਨਤੀ ਹੈ ਸਤਿਗੁਰ ਜੋ ਉਪਦੇਸ਼ ਇਸ ਪਾਵਨ ਸ਼ਲੋਕ ਵਿੱਚ ਕਰਦੇ ਨੇ, ਪੌੜੀ ਵਿੱਚ ਕਰਦੇ ਨੇ, ਗੁਰੂ ਕਿਰਪਾ ਨਾਲ ਇਹਨੂੰ ਸਮਝ ਕੇ